ਜਿੰਨੇ ਨਜ਼ਰੀਆਤ ਨੇ ਉਹਨਾਂ ਦੇ ਕਾਇਲ ਨਹੀਂ ਹੈ। ਠੀਕ ਹੈ, ਸ਼ਮਸੀ ਦੀ ਟੋਟਲ ਤਲੀਮ ਦਾ ਕਾਇਲ ਨਹੀਂ। ਜੇ ਸ਼ਮਸੀ ਦੀ ਅਸਲੀਤ ਤੇ ਜਾਣਾ ਵੈਸੇ ਦਾ ਕਾਇਲ ਨਹੀਂ, ਜੇ ਸ਼ਮਸੀ ਨੇ ਜੋ ਤਲੀਮ ਦਿੱਤੀ ਕਹਿਣਾ ਉਹਦੇ ਕਾਇਲ ਨਹੀਂ, ਸਬਤ ਤਲੀਮ ਦਿੱਤੀ ਉਹਦੇ ਵੀ ਕਾਇਲ ਨਹੀਂ ਹੋਗੀ। ਇਸੇ ਤਰ੍ਹਾਂ ਹੀ ਬਿਲਕੁਲ ਜਿਸ ਤਰ੍ਹਾਂ ਤਲੀਮ ਦੀ ਅੱਗੇ ਜਾ ਕੇ ਅਸੀਂ ਦੇਖਦੇ ਹਾਂ ਕਿ ਰਸੂਲਾਂ ਨੇ ਇੱਕ ਤਲੀਮ ਦੀ ਨਾ ਉਹ ਕਿਸ ਤਰ੍ਹਾਂ ਦੀ ਹੈ, ਰੂਲ ਕੁਦਰਤ ਦੀ ਗਾਈਡੈਂਸ ਨਾਲ ਉਸ ਤਲੀਮ ਦੇ ਅੰਦਰ ਅਸੀਂ ਦੇਖਦੇ ਹਾਂ ਕਿ ਰਸੂਲ ਸਨ ਜਦੋਂ ਉਹਨਾਂ ਨੇ ਤਲੀਮ ਦਿੱਤੀ, ਉਹ ਜਿਹੜੀ ਕਿਆ ਉਹ ਸਬਤ ਦੇ ਕਿਸ ਹੱਦ ਤੱਕ ਕਾਇਲ ਸਨ ਜਾਂ ਉਹ ਕਿਸ ਦਿਨ ਨੂੰ ਫਾਲੋ ਕਰਕੇ ਖੁਦਾ ਦਾ ਦਿਨ ਠਹਿਰਾ ਕੇ ਬਾਤ ਕਰ ਰਹੇ ਸਨ। ਅੱਗੇ ਜਾ ਕੇ ਅਸੀਂ ਲਾਸਟ ਵਿੱਚ ਇਹ ਚੀਜ਼ ਦੇਖਣਾ ਚਾਹੁੰਦੇ ਹਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਆ ਗਏ ਐਮਏ ਦੇ ਵਿੱਚ। ਐਮਏ ਜਾ ਕੇ ਦੇਖਣਾ ਸੀ ਜਿਸ ਨੂੰ ਸਟਾਰਟ ਤੋਂ ਅਸੀਂ ਚੱਲਦੇ ਹਾਂ ਕੰਮ। ਐਮਏ ਜਾ ਕੇ ਸਾਨੂੰ ਕਿਹੜੀ ਚੀਜ਼ ਦੱਸੀ ਜਾ ਰਹੀ ਹੈ। ਐਮਏ ਜਾ ਕੇ ਮੈਨੂੰ ਦੱਸੋ ਤੁਸੀਂ ਕਿ ਹਾਇਰ ਐਜੂਕੇਸ਼ਨ ਦੇ ਫੁੱਲ ਜਾ ਕੇ ਹੁਣ ਅਸੀਂ ਸਬਤ ਦੇ ਕਿਸ ਤਰੀਕੇ ਨਾਲ ਕਰ ਰਹੇ ਹਾਂ ਜਾਂ ਇੱਥੇ ਤਾਂ ਹੀ ਕਲੀਸਿਆ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਬਾਤ ਕਰ ਰਹੀ ਹੈ। ਇਹ ਮੇਰਾ ਸਵਾਲ ਹੈ, ਇਹਦਾ ਮੈਨੂੰ ਜਵਾਬ ਚਾਹੀਦਾ। ਮੈਂ ਮਲਾਕੀ ਤੱਕ ਦਾ ਨਹੀਂ ਵਿੱਚ ਜਵਾਬ ਪੁੱਛ ਰਿਹਾ, ਅਗਰ ਮਲਾਕੀ ਤੱਕ ਮੈਨੂੰ ਜਵਾਬ ਦਿਓ। ਮੈਂ ਯਿਸੂ ਮਸੀਹ ਦੀ ਤਬਲੀਗ ਦੇ ਅੰਦਰ ਵੀ ਸਾਨੂੰ ਸਬਤ ਨਜ਼ਰ ਆਉਂਦਾ ਹੈ, ਉੱਥੋਂ ਤੱਕ ਦਾ ਵੀ ਮੈਂ ਨਹੀਂ ਸਵਾਲ ਮੇਰਾ ਹੈਗਾ। ਮੇਰਾ ਸਵਾਲ ਜਾ ਕੇ ਸ਼ੁਰੂ ਹੁੰਦਾ ਹੈ ਜਿੱਥੋਂ ਦੀਗਰ ਅਕਵਾਮ ਦੇ ਅੰਦਰ ਕਲਾਮ ਲਾਇਆ ਗਿਆ। ਮੇਰਾ ਸਵਾਲ ਉੱਥੇ ਜਾ ਕੇ ਅੱਛਾ, ਮੇਰਾ ਸਵਾਲ ਯਹੂਦੀਅਤ ਦੇ ਅੰਦਰ ਨਹੀਂ ਹੈਗਾ, ਯਹੂਦੀਅਤ ਤੋਂ ਬਾਹਰ ਆ ਗਿਆ। ਠੀਕ ਹੈ, ਮੈਂ ਸਮਝ ਗਿਆ। ਮੈਂ ਰਸੂਲਾਂ ਦੀ ਤਲੀਮ 'ਚ ਆ ਗਿਆ। ਮਾਮਲਾ ਇਹ ਵੇ ਕਿ ਮੈਂ ਅੱਗੇ ਗੱਲ ਕੀਤੀ ਹੈ, ਉਸੂਲ ਜਿਹੜੇ ਨੇ ਨਾ ਉਸੂਲ ਚੇਂਜ ਨਹੀਂ ਹੋ ਰਿਹਾ, ਤਰੀਕਾਕਾਰ ਚੇਂਜ ਹੋ ਰਿਹਾ ਸਿਰਫ ਨਾ। ਬਾਕੀ ਦਾ ਉਸੂਲ ਤਬਦੀਲ ਕਦੀ ਵੀ ਨਹੀਂ ਹੋਇਆ, ਭਾਵੇਂ ਕਹਾਣਤ ਲਾਪੀਆਂ ਕੋਲ ਰਵੇ ਜਾਂ ਕਿਸੇ ਹੋਰ ਕੋਲ ਚਲੀ ਜਾਵੇ। ਠੀਕ ਹੈ, ਉਸੂਲ ਜਿਹੜੇ ਨੇ ਉਹ ਹਮੇਸ਼ਾ ਉਂਝਦੇ ਉਂਝ ਹੀ ਰਹੇ ਨੇ। ਮਾਫੀ ਦਾ ਇੱਕ ਉਸੂਲ ਖੁਦਾ ਨੇ ਠਹਿਰਾਇਆ ਔਰ ਖੁਦਾ ਨੇ ਜਨਾਬ ਉਹਦੇ ਤੇ ਇਹ ਮੁਕਰਰ ਕਰ ਦਿੱਤਾ ਕਿ ਮਾਫੀ ਮੰਗਣੀ ਹੈ ਸ਼ਖਸ, ਖਾ ਉਹ ਮਸੀਹ ਦੇ ਜ਼ਰੀਏ ਮੰਗੇ ਜਾਂ ਕਾਨੂੰਨ ਦੇ ਜ਼ਰੀਏ ਮੰਗੇ, ਲਾਵੀ ਦੇ ਜ਼ਰੀਏ ਮੰਗੇ ਜਾਂ ਯਹੂਦੀ ਦੇ ਜ਼ਰੀਏ। ਜੀ ਜੀ, ਮੈਂ ਗੱਲ ਕੀਤੀ ਸੀ ਕਿ 2 ਦੂਣੀ 4, 2 ਏਕਮ 2, 2 ਦੂਣੀ 4। ਇਹ ਉਸੂਲ ਅਸੀਂ ਪ੍ਰਾਇਮਰੀ 'ਚ ਵੀ ਪੜ੍ਹਿਆ, ਕੱਚੀ ਪੱਕੀ 'ਚ ਵੀ ਪੜ੍ਹਿਆ। ਇਹ ਉਸੂਲ ਬਦਲਿਆ ਨਹੀਂ ਐਮਏ ਤੱਕ। ਐਮਏ 'ਚ ਜਾ ਕੇ ਵੀ ਸਾਡੇ ਸਾਹਮਣੇ ਜਦੋਂ ਇਹ ਗੱਲ ਆਏਗੀ ਨਾ ਤੇ ਅਸੀਂ 2 ਦੂਣੀ 4 ਹੀ ਪੜਾਂਗੇ, ਅਸੀਂ ਉਹਦੇ ਤੋਂ ਇਲਾਵਾ ਕੁਝ ਨਹੀਂ ਪੜ੍ਹ ਸਕਦੇ। ਮਸੀਹ ਨੇ ਐਸੀ ਕੋਈ ਗੱਲ ਨਹੀਂ ਸਿਖਾਈ ਜਿਹੜੀ ਉਸ ਉਸੂਲੀ ਸ਼ਰੀਅਤ ਤੋਂ ਜਿਹੜੀ ਯਹੋਵਾ ਖੁਦਾ ਨੇ ਦਿੱਤੀ ਹੈ ਉਹਦੇ ਤੋਂ ਇਲਾਵਾ ਕੋਈ ਉਸੂਲ ਹੋਵੇ, ਕੋਈ ਸ਼ਰੀਅਤ ਹੋਵੇ। ਜਦੋਂ ਇੱਕ ਸ਼ਖਸ ਆ ਕੇ ਪੁੱਛਦਾ ਹੈ ਕਿ ਮੈਂ ਕਿਆ ਕਰੂੰ ਕਿ ਹਮੇਸ਼ਾ की ਜ਼ਿੰਦਗੀ ਪਾऊँ, ਤੇ ਮਸੀਹ ਨੇ ਉਹਨੂੰ ਇਹ ਆਖਿਆ ਕਿ ਪੂਰੀ ਸ਼ਰੀਅਤ ਤੇ ਅਮਲ ਕਰ। ਉਹਨੇ ਆਖਿਆ 10 ਹੁਕਮੋਂ ਕੋ ਮੰਨ। ਉਹਨੇ ਆਖਿਆ ਮੈਂ ਮੰਨਦਾ ਵਾਂ। ਉਹਨੇ ਆਖਿਆ ਫਿਰ ਤੇਰੇ 'ਚ ਕੀ ਕਮੀ ਹੈ? ਯਕੀਨਨ ਮੁਕਾਲਮਾ ਹੋਇਆ ਹੋਵੇਗਾ। ਉਹਨੇ ਆਖਿਆ ਹੋਵੇਗਾ ਕਿ ਮੈਂ ਸਮਝਦਾ ਕਿ ਮੇਰੇ 'ਚ ਕੋਈ ਕਮੀ ਨਹੀਂ ਹੈ, ਕੋਈ ਚੀਜ਼ ਐਸੀ ਨਹੀਂ ਜਿਹੜੀ ਮੈਂ ਛੱਡ ਦਿੱਤੀ ਹੋਵੇ। ਠੀਕ ਹੈ, ਉੱਥੇ ਜਿਹੜਾ ਨਾ ਆ ਕੇ ਮਾਮਲਾ ਇਹ ਹੁੰਦਾ ਹੈ। ਲਿਹਾਜ਼ਾ ਮਾਮਲਾ ਕੀ ਬਣਿਆ, ਮਸੀਹ ਨੇ ਜਿਹੜੀ ਉਹਨੂੰ ਗੱਲ ਦੱਸੀ ਹੈ ਨਾ ਉਹ ਹੈ ਉਹਦੀ ਇਖਤਿਆਰੀ ਸ਼ਰੀਅਤ, ਐਸੀ ਸ਼ਰੀਅਤ ਜਿਹੜੀ ਖੁਦ ਇਖਤਿਆਰ ਕੀਤੀ ਜਾ ਸਕੇ। ਆਖਿਆ ਕਿ ਆਪਣਾ ਸਾਰਾ ਕੁਝ ਵੇਚ ਕੇ ਗਰੀਬਾਂ 'ਚ ਵੰਡ ਦੇ ਤੇ ਤੈਨੂੰ ਅਸਮਾਨ ਤੇ ਖਜ਼ਾਨਾ ਲੱਭੇਗਾ। ਇਹ ਗੱਲ ਜਿਹੜਾ ਕੀਤੀ ਇਖਤਿਆਰੀ ਸ਼ਰੀਅਤ ਜਿਹੜੀ ਹੈ, ਫਿਰ ਉਹਦਾ ਇੱਕ ਹੱਲ ਹੈ ਇਹ ਉਹਦੇ ਵਾਸਤੇ 'ਚ ਹੈ ਸੀ ਜਾਂ ਨਹੀਂ ਸੀ ਬੰਦੇ ਦੇ, ਉਹ ਬੰਦਾ ਇਹਦੇ ਤੇ ਅਮਲ ਕਰਨਾ ਚਾਹੁੰਦਾ ਸੀ ਜਾਂ ਨਹੀਂ ਸੀ ਕਰਨਾ ਚਾਹੁੰਦਾ। ਲੇਕਿਨ ਮਸੀਹ ਨੇ ਉਹਦੇ ਸਾਹਮਣੇ ਇੱਕ ਉਸੂਲ ਤੇ ਰੱਖਿਆ ਹੈ ਨਾ। ਅਗਰ ਕੋਈ ਸ਼ਖਸ ਇਹ ਕਹਿੰਦਾ ਹੈ ਕਿ ਮੈਂ ਮੂਸਵੀ ਸ਼ਰੀਅਤ ਨੂੰ ਨਹੀਂ ਮੰਨਦਾ ਜਾਂ ਮੈਂ ਯਹੂਦੀਆਂ ਕੋਲ ਜਿਹੜੀ ਸ਼ਰੀਅਤ ਹੈ ਉਹਦਾ ਹੁਣ ਪਾਬੰਦ ਨਹੀਂ ਰਿਹਾ, ਮੈਂ ਮਸੀਹ ਦਾ ਪਾਬੰਦ ਹਾਂ, ਮੇਰੇ ਲਈ ਮਸੀਹ ਨੇ ਕਫਾਰਾ ਦੇ ਦਿੱਤਾ ਹੈ। ਮੈਂ ਇਹਦੇ ਤੇ ਇੱਕ ਮਿਸਾਲ ਦੇਣਾ ਚਾਹਨਾ। ਇੱਕ ਸ਼ਖਸ ਉੱਤੇ ਮੁਕੱਦਮਾ ਚੱਲਦਾ ਹੈ ਔਰ ਉਹ ਮਾਫੀ ਦੀ ਦਰਖਾਸਤ ਕਰ ਦਿੰਦਾ ਹੈ। ਅਦਾਲਤ ਉਹਨੂੰ ਮਾਫ ਨਹੀਂ ਕਰਨਾ ਚਾਹੁੰਦੀ ਤੇ ਕਰਦੀ ਵੀ ਨਹੀਂ। ਅਦਾਲਤ ਕਹਿੰਦੀ ਹੈ ਕਿ ਨਹੀਂ ਸਜ਼ਾ ਤੇ ਮਿਲੇਗੀ ਕਿਉਂਕਿ ਹੁਣ ਆਰਡਰ ਜਾਰੀ ਹੋ ਚੁੱਕੇ। ਉਹਦੀ ਜਗ੍ਹਾ ਤੇ ਕੋਈ ਇਵਜ਼ੀ ਆ ਜਾਂਦਾ ਹੈ। ਇਵਜ਼ੀ ਕਹਿੰਦਾ ਕਿ ਅਦਾਲਤ ਨੇ ਚੂੰਕਿ ਮਰਡਰ ਦਾ ਆਰਡਰ ਦੇਣਾ ਨਾ, ਅਦਾਲਤ ਦਾ ਜਿਹੜਾ ਆਰਡਰ ਹੈ ਉਹ ਇਹ ਵੇ ਕਿ ਕਤਲ ਦੀ ਜਗ੍ਹਾ ਤੇ ਕਤਲ ਕੀਤਾ ਜਾਵੇ। ਲਿਹਾਜ਼ਾ ਮੈਂ ਇਹਦਾ ਰਿਲੇਟਿਵ ਹੈ ਜਾਂ ਨਹੀਂ ਹੈ ਤੁਹਾਨੂੰ ਇਹਦੇ ਨਾਲ ਕੀ ਫਰਕ? ਤੁਸੀਂ ਤੇ ਕਤਲ ਦੀ ਜਗ੍ਹਾ ਤੇ ਕਤਲ ਦਾ ਬਦਲਾ ਲੈਣਾ ਨਾ। ਲਿਹਾਜ਼ਾ ਮੈਂ ਆਪਣੀ ਜਾਨ ਨਿਸਬਤ ਦੇ ਦਿੱਤੀ। ਉਹ ਸ਼ਖਸ ਜਿਹੜਾ ਅਦਾਲਤ ਉਹਨੂੰ ਕਬੂਲ ਕਰ ਲੈਂਦੀ ਹੈ ਕਿਉਂਕਿ ਅਦਾਲਤ ਨੇ ਖੂਨ ਕਿਸੇ ਨਾ ਕਿਸੇ ਦਾ ਬਹਾ ਕੇ ਮੁੱਦਈਆਂ ਨੂੰ ਰਾਜ਼ੀ ਕਰਨਾ ਹੈ ਜੀ ਗੱਲ। ਲਿਹਾਜ਼ਾ ਉਸ ਸ਼ਖਸ ਦਾ ਜਿਹੜਾ ਨਾ ਉਹਨੂੰ ਨੋਮੀਨੇਟ ਕਰ ਦਿੱਤਾ ਜਾਂਦਾ ਹੈ ਕਿ ਉਸ ਸ਼ਖਸ ਦੀ ਜਗ੍ਹਾ ਤੇ ਉਹ ਸਜ਼ਾ ਪਾਏ। ਉਹ ਸ਼ਖਸ ਕੀ ਉਸ ਬੰਦੇ ਨੂੰ ਕੁਝ ਸਮਝਾਏਗਾ ਨਹੀਂ, ਰਹੇਗਾ ਨਹੀਂ, ਉਹਨੂੰ ਯਕੀਨਨ ਉਹਨੂੰ ਇੱਕ ਗੱਲ ਆਖੇਗਾ ਕਿ ਯਾਰ ਮੈਂ ਤੇਰੀ ਜਗ੍ਹਾ ਤੇ ਮੈਨੂੰ ਕੋਈ ਸ਼ੌਕ ਨਹੀਂ ਮਿਲਦਾ, ਲੇਕਿਨ ਤੈਨੂੰ ਪਛਾਣ ਦਾ ਮੇਰਾ ਇੱਕ ਮਕਸਦ ਇਹ ਵੇ ਕਿ ਯਾਰ ਜੋ ਕੁਝ ਤੂੰ ਪਹਿਲੇ ਕਰਦਾ ਰਿਹਾ ਇਹ ਨਾ ਹੋਵੇ, ਜਿਵੇਂ ਤੂੰ ਪਹਿਲੇ ਜ਼ਿੰਦਗੀ ਗੁਜ਼ਾਰ ਰਿਹਾ ਹੁੰਦੇ ਨਾ। ਤੇ ਉਹ ਵੀ ਅਗਰ ਐਡਾ ਸਮਝਦਾਰ ਹੋਵੇ ਤੇ ਉਹ ਆਖੇਗਾ ਕਿ ਆਪ ਮੈਂ ਕਿਵੇਂ ਜ਼ਿੰਦਗੀ ਗੁਜ਼ਾਰ। ਯਕੀਨਨ ਉਹ ਜਿਹੜਾ ਉਹਦੀ ਜਗ੍ਹਾ ਤੇ ਇਜ਼ੀ ਬਣਿਆ ਉਹਨੂੰ ਦੱਸੇਗਾ ਨਾ ਕਿ ਤੂੰ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰ।
ਇਹੀ ਗੱਲ ਕਰੇਗਾ ਉਹ। ਤੇ ਕੋਈ ਨਾ ਕੋਈ ਉਹਨੇ ਸ਼ਰੀਅਤ ਦਿੱਤੀ ਹੈ ਨਾ, ਮਰਨ ਵਾਲੇ ਦੀ ਜਗ੍ਹਾ ਤੇ ਮਰਨ ਵਾਲੇ ਨੇ ਕੋਈ ਨਾ ਕੋਈ ਹੁਕਮ ਦੇ ਦਿੱਤਾ, ਪਾਬੰਦ ਤੇ ਕਰ ਦਿੱਤਾ ਨਾ ਕਿਸੇ ਚੀਜ਼ ਦਾ। ਇਹੋ ਹੀ ਤਰੀਕਾਕਾਰ ਸੇਮ ਇੱਧਰ ਵੀ ਹੁੰਦਾ ਹੈ ਕਿ ਅਗਰ ਮਸੀਹ ਸਾਡੀ ਖਾਤਰ ਮਰ ਗਿਆ, ਸਾਡਾ ਕਫਾਰਾ ਉਹਨੇ ਦੇ ਦਿੱਤਾ, ਸਾਨੂੰ ਉਹਨੇ ਨਜਾਤ ਦਾ ਵਾਰਿਸ ਬਣਾ ਦਿੱਤਾ, ਲੇਕਿਨ ਉਹਨੇ ਕੋਈ ਨਾ ਕੋਈ ਐਸੀ ਸ਼ਰੀਅਤ, ਕੋਈ ਨਾ ਕੋਈ ਐਸਾ ਕਾਨੂੰਨ ਜ਼ਰੂਰ ਸਾਨੂੰ ਦੇ ਗਿਆ ਜਿਹੜਾ ਅਸੀਂ ਉਹਦੇ ਮਰਨ ਤੋਂ ਬਾਅਦ ਉਸ ਤਰੀਕੇ ਨਾਲ ਜ਼ਿੰਦਗੀ ਗੁਜ਼ਾਰੀਏ ਕਿ ਸਾਡੇ ਤੇ ਦੁਬਾਰਾ ਉਹ ਸਜ਼ਾਵਾਂ ਲਾਗੂ ਨਾ ਹੋ ਸਕਣ। ਲਿਹਾਜ਼ਾ ਸ਼ਰੀਅਤ ਨੇ ਫਿਰ ਵੀ ਜਾਨ ਨਹੀਂ ਛੱਡੀ ਸਾਡੀ। ਮੂਸਵੀ ਸ਼ਰੀਅਤ ਨੇ ਬੇਸ਼ੱਕ ਛੱਡ ਦਿੱਤੀ ਹੈ, ਲੇਕਿਨ ਉਹਦੀ ਜਗ੍ਹਾ ਤੇ ਕੋਈ ਨਾ ਕੋਈ ਤਾਂ ਹੁਕਮ ਆਇਆ ਨਾ ਸਾਡੇ ਲਈ ਕਿ ਅਸੀਂ ਅੱਗੇ ਕਿਵੇਂ ਚੱਲਣਾ। ਇਹੋ ਹੀ ਗੱਲ ਹੈ ਸਾਰੀ ਸਿੰਪਲ, ਜਿਹੜੀ ਅਸੀਂ ਜਿਹਦੇ ਤੇ ਜ਼ੋਰ ਦਿੰਦੇ ਹਾਂ ਕਿ ਭਈ ਸ਼ਰੀਅਤ ਤੋਂ ਇਨਸਾਨ ਕਦੀ ਵੀ ਛੁਟਕਾਰਾ ਨਹੀਂ ਪਾ ਸਕਦਾ। ਉਹਦੀ ਜਗ੍ਹਾ ਤੇ ਮੂਸਵੀ ਸ਼ਰੀਅਤ ਜਾਂ ਯਹੂਦੀਆਂ ਦੇ ਨਾਲ ਮਨਸੂਬ ਸ਼ਰੀਅਤ ਨੂੰ ਅਗਰ ਉਹ ਨਹੀਂ ਮੰਨਦਾ ਨਾ ਮੰਨੇ, ਲੇਕਿਨ ਕੁਝ ਐਸੇ ਉਸੂਲ, ਐਸੇ ਕਵਾਨੀਨ ਉਹਨੂੰ ਅਪਣਾਣੇ ਪੈਣਗੇ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਦੁਬਾਰਾ ਉਸ ਸਜ਼ਾ ਦਾ ਮੁਸਤਕ ਨਾ ਠਹਿਰੇ। ਅਸੀਂ ਇਹ ਨਹੀਂ ਕਹਿੰਦੇ ਕਿ ਯਹੂਦੀਆਂ ਚੂੰਕਿ ਰਸਮ ਹੈ ਕਿ ਅਗਰ ਇੱਕ ਲੜਕੀ ਕੁਮਾਰੀ ਹੋਣ ਦਾ ਦਾਅਵਾ ਕਰਦੀ ਹੈ, ਉਹ ਅਗਰ ਉਹਦੀ ਸ਼ਾਦੀ ਹੋ ਗਈ ਹੈ ਤੇ ਉਹਦਾ ਸ਼ੌਹਰ ਉਹਦੇ ਅੰਦਰ ਕੋਈ ਚੀਜ਼ ਐਸੀ ਕਹਿੰਦਾ ਕਿ ਬਲੱਡ ਨਹੀਂ ਨਿਕਲਿਆ ਜੀ, ਪਹਿਲੀ ਰਾਤ ਉਹਨੇ ਉਹਦੇ ਨਾਲ ਮੁਬਾਸ਼ਰਤ ਕੀਤੀ ਹੈ, ਸੈਕਸ ਕੀਤਾ, ਬਲੱਡ ਨਹੀਂ ਨਿਕਲਿਆ, ਉਹਨੇ ਥੱਲੇ ਚੁੱਕੇ ਵਾਈਟ ਕਪੜਾ ਵੀ ਵਿਛਾਇਆ ਸ਼ਰੀਅਤ ਦੇ ਕਵਾਨੀਨ ਦੇ ਤਹਿਤ, ਉਹ ਜੀ ਵਾਈਟ ਕਪੜਾ ਰੈਡ ਨਹੀਂ ਹੋਇਆ। ਉਹ ਆ ਕੇ ਸੁਬਾਹ ਆਪਣੇ ਵੱਡਿਆਂ ਨੂੰ ਬਹਾਂਦਾ ਜੀ ਦੇਖੋ ਜੀ ਕੁੜੀ ਤੇ ਕੁਮਾਰੀ ਆਈ ਸੀ, ਬਲੱਡ ਨਹੀਂ ਨਿਕਲਿਆ। ਉਹਨਾਂ ਦਾ ਕੋਈ ਇਹ ਹੱਲ ਨਹੀਂ ਹੈ ਇੱਥੇ ਕਿ ਲੜਕੇ ਦਾ ਵੀ ਮੁਆਇਨਾ ਕਰਾ ਲੈਣਗੇ ਵੀ ਲੜਕੇ ਕੋਲੋਂ ਕੁਝ ਹੋਇਆ ਵੀ ਹੈ ਕਿ ਨਹੀਂ। ਇਹ ਗੱਲ ਸਮਝ ਰਹੇ ਨਾ? ਸਿੰਪਲੀ ਉਹਨਾਂ ਨੇ ਇੱਕ ਉਸੂਲ ਤੈਅ ਕੀਤਾ ਜਿਹੜਾ ਤਬਦੀਲ ਹੋ ਸਕਦਾ ਹੈ। ਇਹ ਸਾਨੂੰ ਕਬੂਲ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਇਸੇ ਤਰ੍ਹਾਂ ਐਸੇ ਕਿਸੇ ਯਹੂਦੀਆਂ ਦੀ ਇਸ ਰਸਮ ਨੂੰ ਜਾਂ ਇਸ ਤਰੀਕਾਕਾਰ ਨੂੰ ਅਸੀਂ ਕਬੂਲ ਕਰਦੇ। ਇਹਨਾਂ ਤੋਂ ਤਾਂ ਛੁਟਕਾਰਾ ਹੋ ਸਕਦਾ ਹੈ, ਲੇਕਿਨ ਜਿਹੜੇ ਅਖਲਾਕੀ ਕਵਾਨੀਨ ਨੇ, ਅਖਲਾਕੀ ਜਿਹੜੀ ਸ਼ਰੀਅਤ ਹੈ, ਉਹ ਕਦੀ ਵੀ ਤਬਦੀਲ ਨਹੀਂ ਹੋ ਸਕਦੀ।